ਪ੍ਰਾਈਵੇਟ ਕੰਮ ਕਰਦੇ ਉਹਨਾਂ ਨੂੰ ਫਾਇਦਾ ਹੋਏਗਾ। ਜਿਹੜੀ ਸਾਡੀ ਸੋਚ ਸੀ ਕਿ ਬਹੁਤ ਘੱਟ ਤਨਖਾਹ ਮਿਲਦੀ ਹੈ, ਉਸ ਨੂੰ ਅਸੀਂ ਆਪਣੀ ਨੂੰ ਅੱਗੇ ਵਧਾ ਕੇ ਤਨਖਾਹ ਵਧਾਈ ਹੈ। ਪੰਜਾਬ ਦੇ ਵਿੱਚ ਹਮੇਸ਼ਾ ਇਹ ਗੱਲ ਰਹੀ ਹੈ ਕਿ ਰੇਤ ਮਾਫੀਏ ਦਾ ਰਾਜ ਹੈ। ਤੁਸੀਂ ਕਿਸੇ ਦਰਿਆ ਤੇ ਚਲੇ ਜਾਓ, ਪਹਿਲਾਂ ਜਿਹੜਾ ਰੇਤਾ 16 ਰੁਪਏ ਤੋਂ ਲੈ ਕੇ 22 ਰੁਪਏ ਤੱਕ ਨਦੀ ਜਾਂ ਦਰਿਆਵਾਂ ਦੇ ਵਿੱਚ ਵਿਕਦਾ ਸੀ, ਹਾਲਾਂਕਿ ਰੇਟ 9 ਰੁਪਏ ਸੀ। ਅੱਜ ਸਰਕਾਰੀ ਰੇਟ 9 ਰੁਪਏ ਹੈ। ਐਸੀ ਆਪਣੀ ਸਰਕਾਰ ਆਉਣ ਤੋਂ ਬਾਅਦ ਬਿਲਕੁਲ ਸਿੱਧਾ ਕਰਤਾ ਕੰਮ। ਤੁਸੀਂ ਕਿਸੇ ਦਰਿਆ ਤੇ ਚਲੇ ਜਾਓ, ਅੱਜ 9 ਰੁਪਏ ਰੇਤਾ ਮਿਲ ਰਿਹਾ, ਲੇਕਿਨ ਇਹ ਵੀ ਮਹਿੰਗਾ ਹੈ। ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਹਰ ਦਰਿਆ ਜਾਂ ਖੱਡ ਤੇ ਰੇਤੇ ਦਾ ਰੇਟ 5 ਰੁਪਏ 50 ਪੈਸੇ ਹੋਏਗਾ। ਇਹਦੇ ਵਿੱਚ ਇਹ ਵੀ ਸਰਕਾਰ ਦੇ ਸਾਰੇ ਪੈਸੇ ਨਹੀਂ ਹੈ ਜਾਂ ਠੇਕੇਦਾਰ ਦੇ ਨਹੀਂ ਹੈ। ਇਹਦੇ ਵਿੱਚ ਜ਼ਿਮੀਂਦਾਰ ਜਿਹਦੀ ਜ਼ਮੀਨ ਦਰਿਆ, ਕਿਉਂਕਿ ਦਰਿਆ ਹੈ ਜਿਹੜਾ ਉਹ 90% ਜਾਂ 80% ਜ਼ਿਮੀਂਦਾਰਾਂ ਦਾ ਹੈ, ਉਹਦੀ ਮਾਲਕੀਤ ਜ਼ਿਮੀਂਦਾਰਾਂ ਦੀ ਹੈ। ਜਿਹਦੀ ਜ਼ਮੀਨ ਹੈ ਉਹ ਵੀ ਪੈਸੇ ਭਾਲਦਾ ਹੈ, ਉਹਨੂੰ ਵੀ ਪਹਿਲਾ ਰੇਟ ਮਿਲਦਾ ਹੈ। ਇਹਦੇ ਜ਼ਿਮੀਂਦਾਰ ਦੇ ਪੈਸੇ ਵੀ ਹੋਣਗੇ, ਇਹਦੇ ਵਿੱਚ ਭਰਾਈ ਵੀ ਹੋਏਗੀ। ਜਿਹੜੀ ਭਰਾਈ ਹੈ ਉਹ ਵੀ 5.5 ਰੁਪਏ 'ਚ ਹੋਏਗੀ। ਜਿਹੜਾ ਠੇਕੇਦਾਰ ਹੈ ਉਹ ਰਸਤਾ ਬਣਾ ਕੇ ਦੇਗਾ, ਗੱਡੀ ਕੋਈ ਫਸ ਗਈ ਉਹਨੂੰ ਕੱਢੇਗਾ, ਸਾਰਾ ਕੰਮ ਉਹਦਾ ਹੋਏਗਾ, ਸਿਸਟਮ ਉਹ ਚਲਾਏਗਾ, ਕੰਡਾ ਉਹ ਲਗਾਏਗਾ, ਭਰਤੀ ਉਹ ਕਰੇਗਾ। ਇਹ ਸਾਰਾ ਕੁਝ ਵਿੱਚੇ ਜ਼ਮੀਨ ਦੇ ਪੈਸੇ, ਵਿੱਚੇ ਭਰਾਈ, ਵਿੱਚੇ ਸਦਾਈ, ਸਾਰਾ ਕੁਝ 5.5 ਰੁਪਏ 'ਚ, ਜਿਹੜਾ 9 ਰੁਪਏ 'ਚ ਪਹਿਲਾਂ ਮਿਲਦਾ ਸੀ। ਸਰਕਾਰੀ ਰੇਟ 9 ਸੀ, ਪਰ 16 ਤੋਂ 22 ਰੁਪਏ ਤੱਕ ਪਹਿਲਾਂ ਵਿਕਦਾ ਰਿਹਾ। ਪਹਿਲਾਂ ਮੈਂ ਐਕਸਪੈਰੀਮੈਂਟ ਕੀਤਾ ਕਿ ਕਿਆ ਜੇ ਮੈਂ ਮੁੱਖ ਮੰਤਰੀ ਬਣ ਗਿਆ, ਸਾਡੀ ਸਰਕਾਰ ਨਵੀਂ ਆ ਗਈ, ਕਾਂਗਰਸ ਦੀ ਸਰਕਾਰ ਆਈ ਦੁਬਾਰਾ ਦੇ ਤੋਂ, ਕਿਆ ਮੈਂ ਇਹ ਕਰ ਸਕਦਾ ਕਿ 9 ਰੁਪਏ ਪਰ ਵਿਕੇ। ਇਹ ਮੈਂ ਟੈਸਟ ਕੀਤਾ। ਉਹਦੇ ਵਾਸਤੇ ਸਾਰੇ ਐਸਐਸਬੀ ਡੀਸੀਆਂ ਨੂੰ ਬੁਲਾ ਕੇ ਮੀਟਿੰਗ ਕਰਕੇ ਕਿਹਾ ਕਿ ਜਾਂ ਮੈਂ ਨਹੀਂ ਹੈ ਜਾਂ 9 ਰੁਪਏ ਰੇਤਾ ਨਹੀਂ ਹੈ। ਅੱਜ ਕੋਈ ਪੰਜਾਬ ਦਾ ਬੰਦਾ ਹੱਥ ਖੜਾ ਕਰਕੇ ਕਹਿ ਦੇ ਕਿ ਦਰਿਆ ਤੇ 9 ਰੁਪਏ ਨਹੀਂ ਵਿਕਦਾ ਤਾਂ ਮੈਂ ਜ਼ਿੰਮੇਵਾਰ ਹਾਂ। ਲੇਕਿਨ ਕੱਲ ਤੋਂ 5.5 ਰੁਪਏ ਵਿਕੇਗਾ। ਪਹਿਲਾਂ 5-7 ਹਜ਼ਾਰ ਰੁਪਏ ਟਰੱਕ ਸਸਤਾ ਹੋ ਚੁੱਕਿਆ। ਕੱਲ ਨੂੰ ਤੁਸੀਂ ਦੇਖਿਓ ਕਿੱਥੇ ਜਾਣਾ ਹੈਗਾ। ਲੇਕਿਨ ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਕਈਆਂ ਨੂੰ ਕਨਸੈਪਟ ਦੇ ਵਿੱਚ ਕਲੈਰਿਟੀ ਨਹੀਂ ਹੁੰਦੀ। ਪਿੰਡਾਂ ਦੇ ਵਿੱਚ ਇਹ ਦਰਿਆ ਦੇ ਉੱਪਰ ਦਾ ਰੇਟ ਹੈ। ਉਸ ਤੋਂ ਬਾਅਦ ਟਰਾਂਸਪੋਰਟ ਹੈ ਜਿਹੜੀ, ਉਹਨਾਂ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ ਕਿ ਮਿਨੀਮਮ ਟਰਾਂਸਪੋਰਟ ਲੱਗੇ ਤਾਂ ਕਿ ਜਿਹਨੇ ਘਰ ਬਣਾਉਣਾ ਹੈ ਉਹਨੂੰ ਰੇਤਾ ਘੱਟ ਤੇ ਘੱਟ ਰੇਟ ਤੇ ਮਿਲੇ। ਲੇਕਿਨ ਇਹ ਕਿਉਂਕਿ ਠੇਕਾ 31 ਮਾਰਚ ਤੱਕ ਦਿੱਤਾ ਹੋਇਆ ਪਹਿਲਾਂ ਤੋਂ, ਇਹ ਪਾਲਿਸੀ ਸਾਨੂੰ ਬਹੁਤ ਹੀ ਪਸੰਦ ਨਹੀਂ ਆ ਰਹੀ, ਪਰ ਸਾਨੂੰ ਕੋਰਟਾਂ ਕਚਹਿਰੀਆਂ ਤੋਂ ਬਚਣ ਲਈ ਫਿਲਹਾਲ ਅਸੀਂ ਇਹਨੂੰ ਬਹੁਤ ਘੱਟ ਕਰਤੇ ਲਿਆਏ ਹਾਂ। ਅਲਟੀਮੇਟਲੀ ਅਸੀਂ ਆਪਣਾ ਜਦ ਅਗਲਾ ਵਿਜ਼ਨ ਦੇਵਾਂਗੇ ਉਹਦੇ 'ਚ ਅਸੀਂ ਦੱਸਾਂਗੇ ਅਸੀਂ ਕਿਸ ਤਰ੍ਹਾਂ, ਉਹਦੇ ਸਾਡੀ ਪਾਰਟੀ ਡਿਸਾਈਡ ਕਰੇਗੀ ਕਿਸ ਤਰ੍ਹਾਂ ਅਸੀਂ ਅੱਗੇ ਨੂੰ ਰੇਤਾ ਵੇਚਣਾ ਤੇ ਕਿਸ ਤਰ੍ਹਾਂ ਕਰਨਾ ਹੈ। ਲੇਕਿਨ ਅੱਜ ਬਹੁਤ ਸਸਤਾ ਰੇਟ ਅਸੀਂ, ਜਿਹਦੇ 'ਚ ਭਰਾਈ ਵੀ ਹੈ, ਜਿਹਦੇ ਜ਼ਿਮੀਂਦਾਰ ਦੇ ਪੈਸੇ ਵੀ ਹੈ, ਜਿਹਦੇ ਸਦਾਈ ਵੀ ਹੈ, ਦਰਿਆ 'ਚੋਂ ਬਾਹਰ ਵੀ ਕੱਢਣਾ, ਉਹ ਅਸੀਂ ਰੇਟ 5.5 ਰੁਪਏ ਕਰਤਾ ਹੈ, ਜਿਹੜਾ ਕਿ 4 ਗੁਣਾ ਘੱਟ ਹੋਇਆ ਹੈ। ਸਾਡੀ ਉਹ ਪਿਛਲੀ ਸਰਕਾਰ ਤੇ ਪਿਛਲੀ ਬਾਦਲਾਂ ਦੀ ਸਰਕਾਰਾਂ ਨਾਲੋਂ ਤਾਂ ਸ਼ਾਇਦ 6 ਗੁਣਾ ਘੱਟ ਹੋ ਗਿਆ। ਸੋ ਇੱਕ ਵੱਡੀ ਰਾਹ ਦਿੱਤੀ। ਨਾਲ ਅੱਗੇ ਕਿਹਾ ਹੈ ਕਿ ਜ਼ਿਮੀਂਦਾਰ ਆਪਣੇ ਖੇਤ 'ਚੋਂ ਟਰਾਲੀ ਵੀ ਪਟਾਉਂਦਾ ਹੈ ਇੱਕ ਮਿੱਟੀ ਦੀ, ਜਾ ਕੇ ਜੀਪਾਂ ਲੈ ਕੇ ਖੜ ਜਾਂਦੇ ਕਿ ਜੀ ਲਿਆਓ ਰਿਓਲਟੀ। ਕਿਸੇ ਨੇ ਭਰਤ ਪਾਉਣਾ ਹੈ ਉਸ ਨੂੰ ਤੰਗ ਕਰਦੇ ਹੈ। ਐਸੀ ਇਹ ਕਰਤਾ ਹੈ ਕਿ ਮਿੱਟੀ ਕੋਈ ਜ਼ਿਮੀਂਦਾਰ ਆਪਣੇ ਖੇਤ 'ਚੋਂ ਪਟਾਉਂਦਾ ਹੈ। ਦੇਖੋ ਮੈਂ ਪਿੰਡਾਂ ਦੇ ਵਿੱਚ ਜਾਂਦਾ ਰਹਿੰਦਾ ਹੈ। ਪਿੰਡਾਂ 'ਚ ਕਿਹਾ ਕਿਸੇ ਨੇ ਵਿਆਹ ਕਰਨਾ ਹੈ ਤਾਂ ਤੰਗੀ ਹੁੰਦੀ ਹੈ, ਅਗਲਾ 2 ਫੁੱਟ ਮਿੱਟੀ 'ਚ ਕਰ ਦਿੰਦਾ ਹੈ। ਸਾਡੀ ਰਾਇਲਟੀ ਵਾਲੇ ਅੱਧੇ ਪੈਸੇ ਲੈ ਲੈਂਦੇ ਜਾ ਕੇ। ਹੁਣ ਅਸੀਂ ਬਿਲਕੁਲ ਕਲੀਅਰ ਕਰਤਾ ਹੈ ਕਿ ਕੋਈ ਜ਼ਿਮੀਂਦਾਰ ਆਪਣੀ 3 ਫੁੱਟ ਤੱਕ ਮਿੱਟੀ ਚੁਕਾਵੇ, ਕੋਈ ਪੈਸਾ ਨਹੀਂ ਲੈਣਾ ਕਿਸੇ ਨੇ, ਨਾ ਹੀ ਜਾਣਾ ਹੈ, ਨਾ ਕੋਈ ਮਨਜ਼ੂਰੀ ਦੀ ਲੋੜ ਹੈ। ਤੇ ਨਾਲ ਦੀ ਨਾਲ ਇੱਟਾਂ ਬੜੀਆਂ ਮਹਿੰਗੀਆਂ ਹੋ ਰਹੀਆਂ। ਉਹਦਾ ਇੱਕ ਬੜਾ ਕਾਰਨ ਇਹ ਹੈ ਕਿ ਉਹ ਮਾਈਨਿੰਗ ਪਾਲਿਸੀ ਲੱਗ ਜਾਂਦੀ ਉਹਦੇ ਤੇ। ਜਦੋਂ ਭੱਠੇ ਵਾਲਾ ਮਿੱਟੀ ਚੱਕਦਾ ਹੈ, ਜ਼ਿਮੀਂਦਾਰ ਤੋਂ ਭੱਠੇ ਵਾਲਾ ਮਿੱਟੀ ਲੈਂਦਾ, ਜ਼ਿਮੀਂਦਾਰ ਨੂੰ 4 ਪੈਸੇ ਆ ਜਾਂਦੇ 1 ਫੁੱਟ ਦੇ, ਲੇਕਿਨ ਅੱਧੇ ਪੈਸੇ ਮਾਈਨਿੰਗ ਵਾਲੇ ਲੈ ਜਾਂਦੇ।
ਅੱਜ ਅਸੀਂ ਇਹ ਫੈਸਲਾ ਕਰ ਲਿਆ ਕਿ ਭੱਠਿਆਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦੇਣਾ, ਜਿਹਦੇ ਨਾਲ ਭੱਠਾ ਵਾਲਾ ਜ਼ਿਮੀਦਾਰ ਨਾਲ ਸਿੱਧਾ ਕੰਟਰੈਕਟ ਕਰਕੇ ਉਦੋਂ ਮਿੱਟੀ ਲੈ ਲਵੇ, ਵਿੱਚ ਠੇਕੇਦਾਰੀ ਸਿਸਟਮ ਜਾਂ ਮਾਫੀਆ ਜਾਂ ਮਾਈਨਿੰਗ ਕੁਝ ਨਹੀਂ, ਫ੍ਰੀ ਹੋ ਗਿਆ ਇਹ ਕੰਮ ਪੰਜਾਬ 'ਚ। ਅੱਜ ਤੋਂ ਬਾਅਦ ਵੈਸੇ ਤਾਂ ਅਸੀਂ ਕਾਫੀ ਦਿਨਾਂ ਤੋਂ ਕਰ ਚੁੱਕੇ ਹਾਂ, ਲੇਕਿਨ ਅੱਜ ਤੋਂ ਬਾਅਦ ਤਾਂ ਜੇ ਕੋਈ ਮਿੱਟੀ ਵਾਲਾ ਭਰਤ ਪਾਉਣ ਜ਼ਿਮੀਦਾਰ ਮਿੱਟੀ ਚੁਕਾਉਂਦਾ ਕੋਈ ਤੰਗ ਕਰੇਗਾ ਤਾਂ ਮੈਂ ਜ਼ਿੰਮੇਵਾਰ ਹਾਂ, ਮੇਰਾ ਗਲਾ ਕੱਟਿਓ। ਜੇ 5.5 ਰੁਪਏ ਤੋਂ 1 ਪੈਸਾ ਵੀ ਰੇਤਾ ਵੱਧ ਵਿਕੇ ਤਾਂ ਮੈਂ ਜ਼ਿੰਮੇਵਾਰ ਹਾਂ। ਪਹਿਲਾਂ ਮੈਨੂੰ ਬਹੁਤ ਬੰਦੇ ਕਹਿੰਦੇ ਸੀ ਇਹ 9 ਰੁਪਏ ਵੀ ਨਹੀਂ ਤੁਸੀਂ ਕਰ ਸਕਦੇ, ਜੇ ਤਾਂ ਬਹੁਤ ਬੰਦੇ ਇਨਵੋਲਵ ਹੈ ਇਹਦੇ 'ਚ, ਪੁਲਿਸ ਇਨਵੋਲਵ ਹੈ ਇਹਦੇ 'ਚ, ਫਲਾਣਾ ਇਨਵੋਲਵ ਹੈ ਇਹਦੇ 'ਚ, ਟਿਮਕਾ 9 ਰੁਪਏ ਵਿਕ ਰਿਹਾ। ਇੰਪਲੀਮੈਂਟੇਸ਼ਨ ਜਿਹੜਾ ਲੀਡਰ, ਜਿਹੜੀ ਸਰਕਾਰ, ਜਿਹੜੀ ਪਾਰਟੀ ਰਾਜ ਨੂੰ ਚਲਾ ਰਹੀ ਹੈ ਉਹਦੀ ਵਿਲ ਤੇ ਹੈ। ਇਹ ਮੈਂ ਪਿਛਲੇ ਮੁੱਖ ਮੰਤਰੀਆਂ ਨੂੰ ਵੀ ਕਿਹਾ ਸੀ, ਜੇ ਸਾਡੀ ਕੈਬਨਿਟ, ਸਾਡਾ ਪਾਰਟੀ, ਸਾਡਾ ਮੁੱਖ ਮੰਤਰੀ ਚਾਹੁੰਦਾ ਕਿ ਜੀ ਇੰਪਲੀਮੈਂਟੇਸ਼ਨ ਕਾਨੂੰਨ ਦੀ ਹੋਵੇ ਤਾਂ ਹੁੰਦੀ ਹੈ। ਚੰਡੀਗੜ੍ਹ ਦੇ ਵਿੱਚ ਵੜਦੇ ਸਾਰੇ ਅਸੀਂ ਦੇਖਣ ਲੱਗ ਜਾਂਦੇ ਬੈਲਟ ਕਿੱਥੇ ਹੈ, ਇੰਪਲੀਮੈਂਟੇਸ਼ਨ ਹੈ ਚੰਡੀਗੜ੍ਹ 'ਚ ਕਾਨੂੰਨ ਦੀ। ਪੰਜਾਬ ਦੇ ਵਿੱਚ ਜੇ ਰੇਤਾ ਵੱਧ ਵਿਕਦਾ ਹੈ ਤਾਂ ਇੰਪਲੀਮੈਂਟੇਸ਼ਨ ਨਹੀਂ ਸੀ, ਵੰਡ ਕੇ ਖਾ ਰਹੇ ਸੀ ਉੱਪਰਲਾ ਪੈਸਾ। ਐਸੀ ਬਿਲਕੁਲ ਸਿੱਧਾ ਕਰਤਾ ਕੰਮ, ਕਿਸੇ ਦਰਿਆ ਪਰ ਚਲੇ ਜਾਓ। ਹੁਣ ਜੇ ਕਿਤੇ ਟਰਾਲੀਆਂ ਭਰ ਹੋ ਰਹੀਆਂ, ਕਿਤੇ ਮਿੱਟੀ ਚੱਕ ਹੋ ਰਹੀ ਹੈ ਤਾਂ ਉਹ ਮਾਫੀਆ ਨਹੀਂ ਹੈ, 5.5 ਰੁਪਏ 'ਚ ਵਿਕੇਗਾ ਔਰ ਸਹੀ ਰੇਟ ਦੇ ਵਿੱਚ ਵਿਕੇਗਾ। ਅਸੀਂ ਇਹ ਕਰਾਂਗੇ ਕਿ ਜਿੱਥੇ ਪਾਣੀ ਨਹੀਂ ਆਉਂਦਾ ਉੱਥੇ ਰੇਤਾ ਨਹੀਂ ਚੱਕਣਾ, ਕਿਉਂਕਿ ਉੱਥੇ ਫਿਰ ਖਜ਼ਾਨੇ ਬਣਨੇ, ਪਾਣੀ ਨੇ ਉਹਨੂੰ ਰੀਚਾਰਜ ਤਾਂ ਕਰਨਾ ਨਹੀਂ ਰੇਤੇ ਨੂੰ। ਇਸ ਕਰਕੇ ਜਿੱਥੇ ਜਿੱਥੇ ਪਾਣੀ ਆਉਂਦਾ, ਦਰਿਆਵਾਂ ਦੇ ਆਲਰੇਡੀ ਖੱਡਾਂ ਤੈਅ ਹੈ, ਹੋਰ ਵੀ ਕਰਾਂਗੇ, ਲੇਕਿਨ ਸਸਤਾ ਔਰ ਸਹੀ ਰੇਟ ਤੇ ਰੇਤਾ ਪਿੰਡਾਂ 'ਚ ਮਿਲੇਗਾ। ਮਿੱਟੀ ਦਾ ਕੋਈ ਮਾਫੀਆ ਨਹੀਂ ਹੋਏਗਾ, ਭੱਠੇ ਵਾਲਿਆਂ ਨੂੰ ਕੋਈ ਤੰਗ ਨਹੀਂ ਕਰੇਗਾ। ਇਸ ਤੋਂ ਇਲਾਵਾ ਇੱਕ ਫੈਸਲਾ ਅਸੀਂ ਹੋਰ ਅਹਿਮ ਲਿਆ ਕਿ ਜਿਹੜੇ ਪੰਜਾਬ ਦੇ ਇੰਸਟੀਟਿਊਸ਼ਨਲ ਟੈਕਸ ਪੰਜਾਬ ਤੇ ਲੱਗਿਆ ਹੋਇਆ ਸੀ, ਪੰਜਾਬ ਇੰਸਟੀਟਿਊਸ਼ਨਲ ਐਂਡ ਅਦਰ ਬਿਲਡਿੰਗਸ ਟੈਕਸ 2011 ਤੋਂ ਸੀ। ਉਸ ਦਿਨ ਮੈਨੂੰ, ਜਿਸ ਦਿਨ ਅਸੀਂ ਗਏ ਹੈ ਲੁਧਿਆਣੇ, ਉਸ ਦਿਨ ਅਸੀਂ ਅਨਾਉਂਸ ਕੀਤਾ ਸੀ, ਅੱਜ ਕੈਬਨਿਟ ਨੇ ਪਾਸ ਕਰ ਦਿੱਤਾ। 2012 ਤੋਂ ਜਿੰਨਾ ਟੈਕਸ ਬਣਦਾ ਸੀ ਅਸੀਂ ਉਹ ਮਾਫ ਕਰ ਦਿੱਤਾ ਹੈ। ਅੱਗੇ ਨੂੰ ਵੀ ਇਹ ਟੈਕਸ ਹੈ ਜਿਹੜਾ ਪੰਜਾਬ ਤੇ ਨਹੀਂ ਲੱਗੇਗਾ। ਇਸ ਤੋਂ ਇਲਾਵਾ ਅਸੀਂ ਵਨ ਟਾਈਮ ਸੈਟਲਮੈਂਟ, ਜਿਹੜੀ ਕੰਪਾਊਂਡੇਬਲ ਬਿਲਡਿੰਗਸ ਹੈਗੀਆਂ, ਜਿਹੜੀਆਂ ਸ਼ਹਿਰਾਂ ਦੇ ਵਿੱਚ ਇਹ ਵੱਡੀ ਰਾਹਤ ਦੇ ਰਹੇ ਹੈ ਕਿ ਜਿਹੜੀਆਂ ਬਿਲਡਿੰਗਾਂ ਬਣ ਗਈਆਂ ਉਹਦੇ ਪਰ ਕਿਸੇ ਨੇ ਚਵਾਰਾ ਪਾ ਲਿਆ, ਕਿਸੇ ਨੇ ਹਾਈਟ ਜ਼ਿਆਦਾ ਵਧਾ ਲਈ ਜਾਂ ਕਿਸੇ ਨੇ ਬਾਹਰ ਨੂੰ ਥੋੜ੍ਹਾ ਬਹੁਤਾ ਕੱਢ ਲਿਆ, ਜਿਹੜਾ ਕੁਝ ਕੰਪਾਊਂਡੇਬਲ ਹੈ ਉਹਨਾਂ ਨੂੰ ਅਸੀਂ ਰੇਟ ਵੀ ਘਟਾ ਦਿੱਤੇ ਆ 25%। ਉਹਨਾਂ ਨੂੰ ਦੁਬਾਰੇ ਲੀਗਲਾਈਜ਼ ਕਰਨ ਦਾ ਇੱਕ ਵਨ ਟਾਈਮ ਪਾਲਿਸੀ ਲੈ ਕੇ ਆਏ ਹੈ, ਜਿਹੜੀ ਕਿ ਕੱਲ੍ਹ ਤੋਂ ਚਾਲੂ ਹੋ ਜਾਏਗੀ। ਇਸ ਦੇ ਨਾਲ ਇਹ ਸਾਡੇ ਅੱਜ ਦੇ ਐਲਾਨ ਹੈ ਜਿਹੜੇ ਕਿ ਅਸੀਂ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ। ਸਾਡੇ ਐਡਵੋਕੇਟ ਜਨਰਲ ਸਾਹਿਬ ਨੇ, ਤੁਹਾਨੂੰ ਤੁਸੀਂ ਜਾਣਦੇ ਹੋ, ਕਾਫੀ ਦਿਨਾਂ ਤੋਂ ਅਸਤੀਫਾ ਦਿੱਤਾ ਹੋਇਆ ਸੀ, ਅੱਜ ਕੈਬਨਿਟ ਨੇ ਉਹਨੂੰ ਮਨਜ਼ੂਰ ਕਰ ਲਿਆ। ਗਵਰਨਰ ਸਾਹਿਬ ਕੋਲ ਭੇਜਾਂਗੇ, ਜਦੋਂ ਅੱਜ ਹੀ ਸ਼ਾਇਦ ਪਾਸ ਹੋ ਜਾਏਗਾ, ਕੱਲ੍ਹ ਨੂੰ ਅਸੀਂ ਨਵਾਂ ਐਡਵੋਕੇਟ ਜਨਰਲ ਲਗਾਵਾਂਗੇ। ਇਸ ਤੋਂ ਇਲਾਵਾ ਡੀਜੀਪੀ ਦੀ ਜਿਹੜੀ ਪੋਸਟਿੰਗ ਹੈ, ਜਿੰਨੇ 30 ਸਾਲ ਤੋਂ ਉੱਪਰ ਦੇ ਹੈ, ਇਹ ਕਾਨੂੰਨ ਹੈ, ਜਿਨ੍ਹਾਂ ਦੀ 30 ਸਾਲ ਨੌਕਰੀ ਹੋ ਗਈ ਹੈ, ਉਹਨਾਂ ਦਾ ਅਸੀਂ ਆਲਰੇਡੀ ਭੇਜ ਚੁੱਕੇ ਸਾਰਿਆਂ ਦੇ ਨਾਮ, ਸਾਤੋਂ ਸਾਰਿਆਂ ਦੇ ਨਾਮ ਮੰਗੇ ਗਏ ਹੈ। ਉਹਨਾਂ ਵਿੱਚੋਂ ਇੱਕ ਪੈਨਲ ਬਣਾ ਕੇ ਕੇਂਦਰ ਸਰਕਾਰ ਭੇਜੇਗੀ, ਉਹ ਪੈਨਲ ਵਿੱਚੋਂ ਅਸੀਂ ਡੀਜੀਪੀ ਨਵਾਂ ਲਗਾਵਾਂਗੇ। ਜਿਹੜਾ ਪੈਨਲ ਆਏਗਾ ਇਹ ਪਹਿਲਾਂ ਤੋਂ ਇੱਕ ਪ੍ਰਿੰਸੀਪਲੀ ਕਲੀਅਰ ਹੋਇਆ। ਸੋ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਅੱਜ ਇੱਥੇ ਆਏ ਹੋ। ਪੰਜਾਬ ਦੇ ਵੱਡੇ ਐਲਾਨ ਹੋਏ ਹੈ। ਪਰਸੋਂ ਨੂੰ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੈ, ਉਹਦੇ ਵਿੱਚ ਅਸੀਂ ਬਿਜਲੀ ਸਮਝੌਤਿਆਂ ਬਾਰੇ ਬਿੱਲ ਲੈ ਕੇ ਆਵਾਂਗੇ। ਕਿਸਾਨਾਂ ਬਾਰੇ ਜਿਹੜੇ ਕਾਲੇ ਕਾਨੂੰਨ ਬਣੇ ਹੈ ਉਹਦੇ ਬਾਰੇ ਵਿੱਚ ਰੈਜੂਲੇਸ਼ਨ ਤੇ ਕੁਝ ਬਿੱਲ ਆਉਣਗੇ। ਇਸ ਦੇ ਨਾਲ ਹੀ ਜਿਹੜਾ 50 ਕਿਲੋਮੀਟਰ ਅੰਦਰ BSF ਆਉਣ ਦਾ ਫੈਸਲਾ ਹੈ, ਉਹਦੇ ਬਾਰੇ ਵਿੱਚ ਵੀ ਅਸੀਂ ਇਹ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਰੱਖਾਂਗੇ ਤੇ ਇਹਦੇ ਬਾਰੇ ਰੈਜੂਲੇਸ਼ਨ ਲੈ ਕੇ ਆਵਾਂਗੇ। ਸੋ ਮੈਂ ਧੰਨਵਾਦੀ ਹਾਂ।
ਆਪਣੇ ਮੰਤਰੀ ਸਾਹਿਬਾਨ ਦਾ, ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਵੀ ਸਾਡੇ ਵਿਚਕਾਰ ਆਏ ਹੈ। ਉਹਨਾਂ ਦਾ ਵੀ ਮੈਂ ਸਵਾਗਤ ਵੀ ਕਰਦਾ, ਉਹਨਾਂ ਦਾ ਧੰਨਵਾਦ ਵੀ ਕਰਦਾ। ਤੇ ਹੁਣ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ। प्यारे दोस्तों, मुख्यमंत्री साहब, मेरे बहुत रिस्पैक्टेड कलीग्स, मैं ਵਧਾਈ ਦਿੰਦਾ सीएम साहब ਨੂੰ ਕਿ ਮੇਰੀ ਮਨ ਦੀ ਬਹੁਤ ਵੱਡੀ ਤਾਂਘ ਸੀ ਇਹ ਕਿ ਰੇਤੇ ਦੇ ਰੇਟ ਫਿਕਸ ਹੋਣ। ਮੈਂ ਪਹਿਲੇ ਦਿਨ ਤੋਂ ਕਹਿਣਾ, ਜਿਸ ਦਿਨ ਰੇਤੇ ਦੇ ਰੇਟ ਫਿਕਸ ਹੋਣਗੇ ਮਾਫੀਆ ਉਸੇ ਦਿਨ ਮਰ ਜਾਏਗਾ। अगर तुसी शराब भी बेचते हो, बोतल के उत्ते रेट हुंदा। रेट जदों फिक्स नहीं हुंदा, सप्लाई तो 170 साल की पई है पंजाब च, सप्लाई रोक दी जाती है। और जड़ी ट्राली मैं रिकमेंड करता सीगा 1000 रुपये नूं, क्योंकि ट्राली का रेट फिक्स होना चाहिए। 1200, 1000, 1300, वो 5000 की भी विकी है, वो 10,000 की भी विकी है। और ये स्टेट का रिसोर्स है। जड़ियां अमैनिटीज अज सीएम साहब दे रहे हैं, ये ਵਧਾਈ ਦੇ ਪਾਤਰ ने, पर इन्हां अमैनिटीज नूं सस्टेन करन दे लई स्टेट दे खजाने च बल चाहिए। ये तां ही सस्टेन होणगियां। और वो सस्टेन करन दे लई मैं तुहानूं अज दावे नाल कहना कि एजुकेशन दे जिन्ने धरने लग रहे हैं, अगर सरप्लस 2000 करोड़ रुपया 1500 करोड़ भी होवे, एक धरना नहीं लगूगा। जाओ पुछ लो। इस करके ये जिहड़ी फाइनैंशियल स्टेबिलिटी है, इहदे लई चाहे शराब की पॉलिसी होवे, चाहे रेते की पॉलिसी होवे, ये बहुत जरूरी है। और अज सीएम ने पहली पौड़ी चढ़ी है। एक ऐसा इतिहास रचिया है कि पहली बार अज ये होया कि जी रेते का रेट फिक्स होगा। हालांकि मैं इनू बहुत अगे ले जाना चाहना, स्टॉकयार्ड बनाना चाहना। और एक गल सारी दुनिया समझे, मैं डंके की चोट ते कहना, मेरा बहुत अध्ययन है इहदे उत्ते, क्योंकि मैं जानदा कि पंजाब की सर्वाइवल इहदे नाल जुड़ी हुई है। वो की है कि देयर इज नथिंग कॉल्ड द सैंड माफिया, इट इज द ट्रांसपोर्ट माफिया। रेता बुक्कल च नहीं कोई जा सकता, रेता ट्रकां च जांदा है। और अगर स्टॉक यार्ड चों सरकारी ट्रकों दे विच जाएगा तो वह सरकारी ट्रक का रंग होएगा। यह नहीं है भी छोटी जी सड़क के उत्ते जिहड़ा मर्जी टिप्पर दड़ाता, तो फिर उसकी चैकिंग हो सकती है। रेट, वेट ते डेट 2015 दे विच नोटिफिकेशन हुई अकाली सरकार च कि जिहड़े ट्रक ते डेट, रेट और वेट नहीं है उन्होंने इंपाउंड किया जाए। 7 साल दसो कितने ट्रक इंपाउंड होया? दसो एक होया होवे तो दसे। बाहरों ट्रक आउंदा, पठानकोट तो ट्रक आउंदा, गुंडा टैक्स लिता जाता उन्होंने 5000, कहे तो 7000, अगला 25000, 26000 का ट्रक लैके आउंदा बाहरों, तो इत्थे 15000 का वेचदा है। ठीक है, वो फिर प्रॉफिट चाहता, तो क्यों ना 7000 जीएसटी के रूप में असीं एक्सैप्ट करिए बई, तो 300 करोड़ रुपया साल क्यों ना लवीए। इस तरह जिस तरह मैं रेते की गल कर रहा, जिदन रेते के रेट फिक्स हो गए 170 साल का, तुहानूं मैं उदाहरण दे रहा, चेक करो। अकाली सरकार ने एक साल दे विच लगातार 10 साल चोरी की इंतहा देखो, लगातार 10 साल, हर साल एवरी ईयर 40 करोड़ रुपया जमा कराया एक साल का। ते तेलंगाना एक हफ्ते 47 करोड़ रुपया कमाता एक दरिया तो। लो जिथे मर्जी बहा लो, ये है? ये चोरी नहीं है, ये चोरी तो बहुत अगे वाली चीज है। 2400 करोड़ रुपया तेलंगाना ने 2014 चों वो अड हुंदे ने आंध्र प्रदेश तो, ते पहले 3-3.5 सालों के 2400 करोड़ रुपया कमाते हैं। ते अकाली सरकार 10 सालों के
400 ਕਰੋੜ ਰੁਪਇਆ ਜਮ੍ਹਾਂ ਕਰਾਉਂਦੀ ਹੈ। 4 ਦਰਿਆ 1300 ਕਿਲੋਮੀਟਰ ਦਰਿਆ ਤੇ 40 ਕਰੋੜ ਰੁਪਇਆ ਸਾਲ, ਤੇ ਤੇਲੰਗਾਨਾ 300 ਕਿਲੋਮੀਟਰ ਦਰਿਆ ਤੇ 47 ਕਰੋੜ ਰੁਪਇਆ ਹਫ਼ਤੇ ਦਾ। ਕੋਈ ਮੇਲ ਹੈ? ਇਹ ਸਟੇਟ ਦੇ ਰਿਸੋਰਸਸ ਨੇ ਸਾਹਬ, ਇਹ ਸਟੇਟ ਦੇ ਰਿਸੋਰਸਸ ਨੇ। ਇਹ ਜਦ ਤੱਕ ਖਜ਼ਾਨੇ 'ਚ ਨਹੀਂ ਆਉਣਗੇ, ਔਰ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਕਿ ਇਸੇ ਸਹਿਯੋਗ ਦੇ ਨਾਲ, ਇੱਕ ਇੱਕ ਪਾਲਿਸੀ ਨਾਲ ਬੈਠ ਕੇ ਆਪਣੇ ਕੋਲੀਗਸ ਦੇ ਸਹਿਯੋਗ ਦੇ ਨਾਲ 500 ਵਾਅਦੇ ਨਹੀਂ ਹੋਣੇ ਐਤਕੀ। ਇੱਕ ਰੋਡ ਮੈਪ ਹੋਏਗਾ, ਛੋਟਾ ਰੋਡ ਮੈਪ ਹੋਏਗਾ, ਔਰ ਵਾਅਦਿਆਂ ਨੂੰ ਕਟੇਲ ਕਰਕੇ ਉਨੇ ਹੀ ਰੱਖਾਂਗੇ ਜਿਹੜੇ ਵਿਸ਼ਵਾਸ ਦੇ ਪਾਤਰ ਹੋਣ। ਨਵਜੋਤ ਸਿੰਘ ਸਿੱਧੂ ਅਗਰ ਸੱਤਾ ਹੰਡਾਉਣੀ ਹੁੰਦੀ, ਕੁਰਸੀਆਂ ਹੀ ਹੰਡਾਉਣੀਆਂ ਹੁੰਦੀਆਂ, ਤੇ ਪੰਜਾਬ ਖਾਤਰ ਨਾ ਲੜਦਾ। ਫਿਰ ਜਿਹੜੀ ਮੇਰੀ ਲੜਾਈ ਹੈ ਉਹ ਕੋਈ ਨਿੱਜੀ ਲੜਾਈ ਨਹੀਂ। ਇਹ ਰੇਤੇ ਦੀ ਲੜਾਈ ਵੀ ਮੇਰੀ ਕੋਈ ਨਿੱਜੀ ਲੜਾਈ ਨਹੀਂ। ਅੱਜ ਮਾਹੌਲ ਬਦਲਿਆ, ਇੱਕ ਬਦਲਾਵ ਦੀ ਪਰਿਸਥਿਤੀ ਹੈ, ਲੇਕਿਨ ਇਹਨੂੰ ਪੱਕੇ ਪੈਰ ਅਗਰ ਸਸਟੇਨ ਕਰਨਾ ਹੈ, ਅਸੀਂ 5 ਸਾਲ ਤੇ ਇਹਨਾਂ ਰਿਸੋਰਸਸ ਨੂੰ ਸਾਨੂੰ ਯੂਟਿਲਾਈਜ਼ ਕਰਨਾ ਪਏਗਾ। ਔਰ ਆਉਣ ਵਾਲਾ ਸਮਾਂ ਸਾਡਾ ਚੋਖਾ ਹੀ ਚੋਖਾ। ਇਸ ਗੱਲ ਦੇ ਉੱਤੇ ਮੈਂ ਪਹਿਰਾ ਦਿੰਦਾ ਰਹੂੰਗਾ। ਔਰ ਮੇਰਾ ਪਾਰਟੀ ਵੱਲੋਂ ਇਹ ਜੋ ਇਹਨਾਂ ਨੇ ਕਿਹਾ ਕੱਲ ਕੈਬਨਿਟ ਦੇ ਵਿੱਚ ਅਗਰ ਡਿਸੀਜਨ ਹੁੰਦੇ ਆ, ਮੇਰਾ ਪਾਰਟੀ ਵੱਲੋਂ 110% ਸਹਿਯੋਗ, ਨਾਲੇ ਚੀਫ ਮਿਨਿਸਟਰ ਨੂੰ, ਨਾਲੇ ਸਾਰਿਆਂ ਨੂੰ। ਇਹਦੇ 'ਚ ਕੋਈ ਸ਼ੱਕ। ਬਹੁਤ ਬਹੁਤ ਧੰਨਵਾਦ ਜੀ। हाँ जी, हाँ बोलो 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 बोलो, जुग जुग जियो मेरे प्यारे, बोलो। जे प्रेस ते सरकार ते ओपोजिशन सारे जाने सूबे वास्ते तकड़े होके काम करिए। तुसी चौथा पिलर हो, थोड़े सहयोग और थोड़िया ਜਿਹੜੀਆਂ ਆਲੋਚਨਾਵਾਂ ਦੋਨੋਂ ਚਾਹੀਦੀਆਂ, ਕਿਉਂਕਿ ਤੁਸੀਂ ਆਲੋਚਨਾ ਨਹੀਂ ਕਰੋਗੇ ਮੈਨੂੰ ਸਮਝ ਨਹੀਂ ਆਏਗੀ ਕਿ ਮੈਂ ਕਿੱਥੇ ਗਲਤ ਹਾਂ। ਮੈਂ ਆਲੋਚਨਾ ਨੂੰ ਹਮੇਸ਼ਾ ਵੈਲਕਮ ਕਰਦਾ। ਇਹ ਠੀਕ ਹੈ ਕਿ ਸਾਡੇ ਕੰਮ ਦੇ ਵਿੱਚ ਆਲੋਚਨਾ ਹੈ ਨਹੀਂ ਹੋ ਰਹੀ। ਸੰਨੀ ਸਾਹਿਬ ਇਹ ਗੱਲ ਜ਼ਰੂਰ ਹੈ, ਸਾਡੇ ਕੋਲ ਸਮਾਂ ਬੜਾ ਘੱਟ ਹੈ। ਸਿੱਧੂ ਸਾਹਿਬ ਵੀ ਬੜਾ, ਇਹ ਗੱਲ ਜ਼ਰੂਰ ਹੈ, ਸਾਡੇ ਕੋਲ ਸਮਾਂ ਬੜਾ ਘੱਟ ਹੈ। ਸਿੱਧੂ ਸਾਹਿਬ ਵੀ ਬੜਾ ਕਹਿੰਦੇ ਕਦੀ ਲੱਗਦਾ ਆਪੋਜੀਸ਼ਨ ਰੋਲ ਨਿਭਾ ਰਹੇ, ਕਦੀ ਕਰਨਾ ਚਾਹੀਦਾ। ਪਾਰਟੀ ਸੁਪਰੀਮ ਹੈ। ਬਿਲਕੁਲ ਸਰ, ਦੇਖੋ ਪਾਰਟੀ ਦੀਆਂ ਆਈਡੀਓਲੋਜੀ ਨੂੰ ਅਸੀਂ ਇੰਪਲੀਮੈਂਟ ਕਰਨਾ, ਐਂਡ ਵੀ ਆਰ ਹੇਅਰ ਟੂ ਇੰਪਲੀਮੈਂਟ देयर ਆਈਡੀਓਲੋਜੀ। ਨਿੱਜੀ ਕੋਈ ਹੈ ਨਹੀਂ ਉਹਨਾਂ ਨੇ ਸਰਕਾਰ। ਸਰ ਇੱਕ ਤਾਂ ਜਿਹੜੀ ਮਾਫੀਆ ਦੀ ਗੱਲ ਚੱਲਦੀ ਪਈ ਹੈ, ਮੈਂ ਫਿਰ ਨਾਮ ਹੀ ਲੈ ਦਿੰਦਾ ਕਿ ਰੋਪੜ ਦੇ ਵਿੱਚ ਸਰ ਕਈ ਖੱਡਾਂ ਇਦਾਂ ਕੋਈ ਰੋਪੜ ਦੇ ਵਿੱਚ ਆ, ਬਾਕੀ ਹੈ ਜਿਹੜੀ ਲੀਗਲਾਈਜ਼ ਖੱਡ ਹੈ ਉਹ ਚੱਲਦੀ ਨਹੀਂ ਹੈ। ਜਿਹੜੇ ਪੋਲੀਟੀਸ਼ੀਅਨ ਹੈ ਜਾਂ ਸਾਡੇ ਸੋਕਾਰ ਜਿਹੜੇ ਸਾਡੇ ਕੋਈ ਲੀਡਰਸ ਨੇ ਉਹਨਾਂ ਦੀ ਸ਼ਹਿ ਨਾਲ ਚੱਲਦੀ ਹੈ। ਜਿਹੜੀ ਲੀਡਰ ਜਿਵੇਂ ਆਮ ਰੋਪੜ ਦੇ ਵਿੱਚ ਇੱਕ ਟੌਪ ਦੇ ਲੀਡਰ ਸਾਡੇ ਸੱਤਾਰੂਰ ਦੇ ਵਿੱਚ ਨਾਮ ਵੱਜਦਾ, ਉਹ ਸਰ ਕੀ ਜਿਹੜੀਆਂ ਲੀਗਲਾਈਜ਼ ਜਿਹੜੀਆਂ ਰੁਕੀਆਂ ਹੋਈਆਂ ਇਲੀਗਲ ਚੱਲਦੀਆਂ ਪਈਆਂ ਨੇ, ਉਹਦੇ ਵਾਸਤੇ ਕੋਈ ਮੈਕੈਨਿਜ਼ਮ ਕੋਈ ਸਰ ਤੁਸੀਂ ਮੈਨੂੰ ਦੱਸੋ 9 ਰੁਪਏ ਤੇ ਘੱਟ ਜੇ ਇੱਕ ਵੀ ਇਲੀਗਲ ਚੱਲਣ ਨਹੀਂ ਦਵਾਂਗਾ। ਨੰਬਰ 1 ਹੁਣ 5.5 ਤੋਂ 1 ਪੈਸਾ ਵੱਧ ਨਹੀਂ ਵਿਕਣ ਦਵਾਂਗਾ। ਜਾਂ ਪੈਸਾ ਸਰਕਾਰ ਨੂੰ ਆਏਗਾ ਜਾਂ ਲੋਕਾਂ ਨੂੰ ਜਾਏਗਾ, ਇਹਦੇ ਵਿੱਚ ਕਿਤੇ ਨਹੀਂ। ਤੁਸੀਂ ਇਹਨਾਂ ਨੇ ਹੁਣੇ ਟਰਾਲੀ ਦੀ ਗੱਲ ਕਰੀ ਹੈ, ਜਿਹੜਾ ਮੈਂ ਅੱਜ ਰੇਟ ਦਿੱਤਾ ਮੇਰੀ ਆਪਣੀ ਸਰਕਾਰ ਨੇ, ਸਾਡੀ ਪਾਰਟੀ ਦੀ ਸਰਕਾਰ ਨੇ 5.5 ਰੁਪਏ, ਉਹਦੇ ਨਾਲ 800 ਰੁਪਏ 'ਚ ਟਰਾਲੀ ਭਰਦੀ। ਅੱਜ ਤੱਕ ਕਦੇ ਸੁਣਿਆ 800 ਰੁਪਏ 'ਚ ਟਰਾਲੀ ਭਰ ਜਾਏਗੀ ਰੇਤੇ ਦੀ? ਔਰ ਇਹਦੇ ਵਿੱਚ ਭਰਾਈ ਵੀ ਹੈ, ਇਹਦੇ ਵਿੱਚ ਚੁਕਾਈ ਵੀ ਹੈ, ਇਹਦੇ ਵਿੱਚ ਠੇਕੇਦਾਰ ਜ਼ਿਮੀਦਾਰ ਦੇ ਪੈਸੇ ਵੀ ਹੈ। ਅਗਲਾ ਆਵੇ, ਮੈਂ ਕਹਿੰਦਾ ਜੀ ਤੁਸੀਂ ਇਹ ਦਰਿਆ ਦਾ ਰੇਟ ਹੈ, ਕੋਈ ਬੰਦਾ ਆਪਣੀ ਟਰਾਲੀ ਲਿਆ ਕੇ ਭਰਾ ਲਵੇ, ਕੋਈ ਆਪਣਾ ਟਰੱਕ ਲਿਆ ਕੇ ਭਰਾ ਲਵੇ। ਟਰਾਂਸਪੋਰਟ ਜੇ ਜ਼ਿਆਦਾ ਪੈਸੇ ਲੈਂਦਾ ਆਪਣਾ ਟਰੱਕ ਕਰਕੇ ਲਿਆਓ, ਅਸੀਂ ਤਾਂ ਤੁਹਾਨੂੰ ਭਰ ਕੇ ਦੇਣਾ, ਭਰ ਕੇ ਵੀ ਦੇਵਾਂਗੇ। ਜੇ ਅਗਲਾ ਆਪਣੀ ਜੇਸੀਬੀ ਨਾਲ ਭਰਦਾ ਆ ਕੇ ਤਾਂ 1 ਰੁਪਿਆ ਸੈਂਕੜਾ ਭਰਾਈ ਦਾ ਰੇਟ ਹੈ ਉਹ ਘੱਟ ਹੋ ਜਾਏਗਾ। ਸੋ ਬਹੁਤ ਹੀ ਲਿਬਰਲ ਔਰ ਲੋਕਾਂ ਦੇ ਪੱਖੀ ਐਸੀ ਪਾਲਿਸੀ ਲੈ ਕੇ ਆਏ ਹੈ। ਲੇਕਿਨ ਫਿਰ ਮੈਂ ਕਹਿੰਦਾ ਕਿ ਸਾਡੀ ਪਾਰਟੀ ਦਾ ਵਿਜ਼ਨ ਹੈ ਜਿਹੜਾ ਉਹ ਆਉਣ ਵਾਲੇ ਸਮੇਂ 'ਚ ਅਸੀਂ ਲਾਗੂ ਕਰਾਂਗੇ ਔਰ ਨਵੀਂ ਪਾਲਿਸੀ ਜਿਹੜੀ ਅਸੀਂ ਇੱਕ ਵਿਜ਼ਨ ਦੇਵਾਂਗੇ ਤੇ ਕੋਈ ਖੱਡ ਐਸੀ ਇਲੀਗਲ ਚੱਲਣ ਨਹੀਂ ਦੇਵਾਂਗੇ। ਠੀਕ ਹੈ, ਪਿਛਲੇ ਸਮੇਂ 'ਚ ਜਿਹੜਾ ਕੁਝ ਹੋਇਆ ਤੁਹਾਨੂੰ ਵੀ ਪਤਾ ਹੈ, ਕੌਣ ਮਜੀਠੀਆ ਸੀ, ਕੌਣ ਸੀ, ਕਿੱਥੇ ਕਿੱਥੇ ਕਿਸ ਤਰ੍ਹਾਂ ਚੱਲਦਾ ਰਿਹਾ। ਇਹੀ ਇੱਥੇ ਸੁਖਬੀਰ ਸੀਗਾ, ਇਹੀ ਕੁਝ ਇੱਥੇ ਹੋਇਆ। ਲੇਕਿਨ ਭਰਾਵੋ ਇੱਕ ਗੱਲ ਦੱਸ ਦਿੰਦਾ,
ਹੁਣ ਲੋਕਾਂ ਦੀ ਸਰਕਾਰ ਹੈ, ਮੈਂ ਲੋਕਾਂ ਨੂੰ ਕਹਿ ਦੇਣਾ ਕਿ ਆਪਣਾ ਮੋਬਾਈਲ ਲੈ ਕੇ ਖੜ ਜਾਓ ਉੱਥੇ, ਮੇਰੇ ਨੌਜਵਾਨ ਮੁੰਡੇ ਖੜਨਗੇ। ਪੁਲਿਸ ਵਾਲਿਆਂ ਨੂੰ ਕਹਿਤਾ ਜਾਂ ਤੁਸੀਂ ਨਹੀਂ ਜਾਂ ਮੈਂ ਨਹੀਂ। ਨੌਜਵਾਨ ਮੁੰਡਾ ਇੱਕ ਮੰਨੋ ਕੋਈ ਵੀਡੀਓ ਪਾ ਦੇਵੇ ਕਿ ਜੀ ਨੇ ਮੇਰੇ 5.5 ਨਹੀਂ 5 ਰੁਪਏ 60 ਪੈਸੇ ਲਏ, ਜਾਂ ਉਹ ਨਹੀਂ ਆ ਮੈਂ ਨਹੀਂ। ਬਹੁਤ ਧੰਨਵਾਦ। ਮੈਂ ਇਸ ਗੱਲ ਦਾ ਜਵਾਬ ਦੇਣਾ, ਮੈਂ ਇਸ ਗੱਲ ਦਾ ਜਵਾਬ ਦੇਣਾ, ਮੈਂ ਤੁਹਾਨੂੰ ਜਵਾਬ ਦੇਣਾ। ਦੇਖੋ ਰੋਪੜ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਨਿੱਜੀ ਤੌਰ ਦੇ ਉੱਤੇ ਇਹ ਤੁਸੀਂ ਤਹਿਕੀਕਾਤ ਕਰੋ, ਜੇ ਪ੍ਰੂਫ ਹੈਗਾ ਤਾਂ ਦਿਓ, ਠੀਕ ਹੈ। ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਔਰ ਡੰਕੇ ਦੀ ਚੋਟ ਤੇ ਕਹਿਣਾ ਚਾਹੁੰਦਾ, ਇਹ ਜੋ ਕੁਝ ਸ਼ਰਾਬ 'ਚ ਹੋਇਆ, ਜੋ ਕੁਝ ਰੇਤੇ 'ਚ ਹੋਇਆ, ਇਹ ਇੱਕ ਕਾਰਟਲ ਕਰਕੇ ਹੋਇਆ। ਕਾਰਟਲ ਠੇਕੇਦਾਰੀ 'ਚ ਬਣਦਾ। ਜਿੱਥੇ ਜਿੱਥੇ 35,000 ਕਰੋੜ ਰੁਪਏ ਕਮਾਏ ਗਏ, ਜਿੱਥੇ ਜਿੱਥੇ 3 ਸਾਲਾਂ ਦੇ ਵਿੱਚ 2,500 ਕਰੋੜ ਰੁਪਏ ਕਮਾਏ ਗਏ 300 ਕਿਲੋਮੀਟਰ ਦਰਿਆ ਚੋਂ, ਉੱਥੇ ਸਟੇਟ ਓਨਡ ਸੀ, ਉਹ ਉੱਥੇ ਕਾਰਪੋਰੇਸ਼ਨ ਸੀ। ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। ਸਵਾਲ ਇਹ ਹੈ ਕਿ ਮਹਾਰਾਜ ਪਾਪੀ ਨਹੀਂ ਮਾਰਨੇ, ਪਾਪ ਮਾਰਨਾ। ਇੱਕ ਸਿਸਟਮ ਐਸਾ ਹੈ ਜਿਹੜਾ ਕਹਿੰਦਾ ਆ ਹੁਣ ਮੇਰੇ ਨਾਲ ਰਲ, ਜਦੋਂ ਤੂੰ ਚੋਰ ਹੋ ਗਿਆ ਤੇ ਤੈਨੂੰ ਨਾਲ ਰਲਾਵਾਂਗਾ। ਤੇ ਸੁਣੋ ਮੈਂ ਮੇਰੀ ਗੱਲ ਪੂਰੀ ਕਰਨ ਦੇ ਮਿੱਤਰਾ, ਪੂਰੀ ਕਰਨ ਦੇ। ਸਿਸਟਮ ਜਦੋਂ ਉਹ ਹੋਇਆ ਸਟੇਟ ਓਨ, ਚਾਹੇ ਸ਼ਰਾਬ ਹੋਵੇ ਤੇ ਚਾਹੇ ਰੇਤਾ ਹੋਵੇ, ਕਿਸੇ ਦਾ ਵਾਸੀ ਨਹੀਂ ਚੱਲਣਾ, ਕਿਉਂਕਿ ਉਹ ਸੂਬੇ ਦਾ। ਫਿਰ ਸ਼ਰਾਬ ਦੀ ਬੋਤਲ ਵੀ ਜੇ ਅੱਧਾ ਕਿਲੋਮੀਟਰ ਤੁਰੀ ਤੇ ਪਤਾ ਲੱਗੂ ਉੱਤੇ ਚਿੱਪ ਲੱਗੀ ਹੋਊ। ਇਹ ਨਹੀਂ ਹੈ ਵੀ ਰਾਤ ਨੂੰ ਕਦੇ ਕਿੱਧਰ ਨੂੰ ਚਲੀ ਗਈ ਤੇ ਕਦੇ ਕਿੱਧਰ ਨੂੰ ਚਲੀ ਗਈ ਤੇ ਕਦੇ ਕਿਹਦੇ ਦਾ ਤੇ ਕਦੇ ਕਿਸੇ ਦਾ।